ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਮਜ਼ਾਕ ਦੇ ਤੌਰ ਤੇ ਲਿਆ ਜਾ ਰਿਹਾ ਹੈ, ਪਰ ਉਸ ਦਿਨ ਹੋਇਆ ਕੀ? ਉਸ ਦਿਨ ਖੇਤਾਂ ਦੇ ਵਿੱਚ ਪੁਲਿਸ ਜਦੋਂ ਮਗਰ ਭੱਜਦੀ ਹੈ ਤੇ ਕੀ ਸੀ ਮੰਜ਼ਰ? ਉਹ ਉੱਥੇ ਮੌਜੂਦ ਸੀ। ਉਹ ਖੇਤ ਚੋਂ ਆਪਣੇ ਪੱਠੇ ਵੱਢ ਰਹੇ ਸੀ ਤਾਂ ਪੁਲਿਸ ਨੇ ਜਿਹੜਾ ਖੇਤ ਨੂੰ ਘੇਰਾ ਪਾਇਆ ਚਾਰੇ ਪਾਸਿਓਂ। ਸਿਰਫ ਇਹ ਦੱਸਿਆ ਗਿਆ ਕਿ ਕੁਛ ਨਹੀਂ ਹੈ, ਪੁੱਛਤਾਛ ਕਰਕੇ ਬਸ ਅਸੀਂ ਛੱਡ ਦਿਆਂਗੇ। ਡਿਬਰੂਗੜ੍ਹ ਅਸਾਮ ਭੇਜ ਦਿੱਤਾ ਗਿਆ। ਉੱਥੋਂ ਸਿਰਫ 1 ਮਿੰਟ ਲਈ ਇੰਨੀ ਕੁ ਗੱਲ ਕਰਾਈ ਜਾਂਦੀ ਹੈ। ਬਾਜੇ ਕੇ ਨੇ ਆਪਣੇ ਮਾਪਿਆਂ ਦੇ ਨਾਲ ਕਰਵਾਈ ਉਹਨਾਂ ਨੇ ਪੁਲਿਸ ਨੇ? ਇਹ ਉਹਨਾਂ ਨੇ ਫੋਨ ਕਰਵਾਇਆ ਤੇ ਉਹਨੂੰ ਸਿਰਫ ਇੰਨੀ ਕੁ ਗੱਲ ਕਰਨ ਦਿੱਤੀ ਗਈ ਕਿਹੜੇ ਅਦਾਲਤ ਦੇ ਕਿਹੜੇ ਆਦੇਸ਼ਾਂ ਦੇ ਤਹਿਤ ਇਹਨੂੰ ਲੈ ਕੇ ਚੱਲੇ। ਜਦੋਂ ਤੁਸੀਂ ਇਹ ਸਵਾਲ ਕੀਤੇ ਫੋਨ ਕਾਲ ਦੇ ਉੱਤੇ, ਥਾਣੇਦਾਰ ਦਾ ਜਵਾਬ ਕੀ ਸੀ ਤੁਹਾਨੂੰ? NSA ਨੈਸ਼ਨਲ ਸਿਕਿਉਰਿਟੀ ਐਕਟ ਬਾਰੇ ਤੁਹਾਡੀ ਕਿਹੜੇ SHO ਨਾਲ ਗੱਲ ਹੋਈ? ਨਾਮ ਦੱਸਿਆ ਉਹਨਾਂ ਨੇ? ਬਾਜੇ ਕੇ ਦੇ ਚਾਚਾ ਜੀ ਕਹਿ ਕੇ ਦੱਸ ਰਹੇ ਸੀ ਤੁਹਾਨੂੰ ਕਿ ਮੈਂ ਉੱਥੋਂ ਬੋਲਦਾ ਫਲਾਣੇ ਪਿੰਡ ਤੋਂ। ਉਹਨਾਂ ਨੇ ਉਸ ਦਿਨ ਦੀ ਕੋਈ ਹੋਰ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ? ਗੱਲ ਤਾਂ ਇੱਥੋਂ ਸਪਸ਼ਟ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਕਾਫਲਾ ਸੀ ਗੱਡੀਆਂ ਦਾ, ਉਸ ਦੇ ਨਾਲ ਬਾਜੇ ਕੇ ਨਹੀਂ ਸੀ ਉਸ ਦਿਨ। ਤਾਂ ਹੀ ਪੋਸਟ ਪਾਉਣੀ ਪਈ ਕਿ ਕਿਸੇ ਦਾ ਵੀ ਮੁੰਡਾ ਲਾਪਤਾ ਹੈ ਜਾਂ ਬੱਚਾ ਲਾਪਤਾ ਹੈ, ਸਾਡੇ ਨਾਲ ਸੰਪਰਕ ਕਰੋ, ਅਸੀਂ ਕਾਨੂੰਨੀ ਸਹਾਇਤਾ ਦੇਵਾਂਗੇ। ਸਾਫ਼ ਪਹਿਲਾਂ ਮੈਂ ਦੱਸ ਦਿਆਂ ਕਿ ਨਾ ਤਾਂ ਮੈਂ ਬਾਜੇ ਖਾਨੇ ਦਾ ਸਮਰਥਕ ਹਾਂ, ਨਾ ਮੈਂ ਅੰਮ੍ਰਿਤਪਾਲ ਦਾ ਸਮਰਥਕ ਹਾਂ। ਅੰਮ੍ਰਿਤਪਾਲ ਨੂੰ ਇਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਅੰਮ੍ਰਿਤਪਾਲ ਦਾ ਬਹੁਤ ਵੱਡਾ ਆਧਾਰ ਹੋਵੇ। ਤੁਸੀਂ ਦੇਖੋ ਵੀ ਉਹ ਵੀਡੀਓ ਉਹਨਾਂ ਨੇ ਪਾਈ ਹੈ ਕਿ ਭਾਈ ਸਾਹਿਬ ਨੂੰ ਜਿਹੜਾ ਹੈਗਾ ਪੁਲਿਸ ਲੱਗੀ ਹੈ ਜੀ, ਪਹੁੰਚੋ, ਤੇ ਉੱਥੇ ਕੋਈ ਖੱਟ ਨਹੀਂ ਹੋਇਆ। ਪ੍ਰਧਾਨ ਮੰਤਰੀ ਬਾਜੇ ਕੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉਹਨਾਂ ਦੀਆਂ ਬੜਾ ਮਤਲਬ ਹਾਸੋਹੀਣੀਆਂ ਦੀਆਂ ਗੱਲਾਂ ਹੁੰਦੀਆਂ। ਉਹ ਹਸਾ ਕੇ ਉਹਨਾਂ ਚਲੋ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਵਿਊ ਮਿਲ ਜਾਂਦੇ ਨੇ, ਉਹਨਾਂ ਦੀ ਕਮਾਈ ਹੋ ਜਾਂਦੀ ਹੈ। ਮੈਂ ਰਵਨੀਤ ਬਿੱਟੂ ਨੂੰ ਵੀ ਸੁਣ ਰਿਹਾ ਸੀ, ਉਹਨਾਂ ਨੇ ਵੀ ਕਿਹਾ ਕਿ ਵੀ ਹਾਲਾਂਕਿ ਉਹਦੇ ਖਿਲਾਫ ਕਾਫੀ ਬੋਲੇ ਆ ਉਹ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਛੱਡ ਦੇਣਾ ਚਾਹੀਦਾ। ਅੰਮ੍ਰਿਤਪਾਲ ਦੇ 4 ਮੁੱਖ ਸਲਾਹਕਾਰ ਜਿਹੜਾ ਡਿਬਰੂਗੜ੍ਹ ਜੇਲ੍ਹ ਵਿੱਚ ਭੇਜੇ ਗਏ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਦਾ ਵੀ ਨਾਮ ਹੈ। ਪ੍ਰਧਾਨ ਮੰਤਰੀ ਬਾਜੇ ਕੇ ਨੂੰ ਖਾਲਿਸਤਾਨ ਦੇ ਇੱਕ ਜਿਹੜਾ ਲੀਡਰ ਦਾ ਪ੍ਰਮੁੱਖ ਸਲਾਹਕਾਰ ਵਜੋਂ ਪੇਸ਼ ਕੀਤਾ ਜਾ ਰਿਹਾ। ਇਹ ਆਪਣੇ ਆਪ 'ਚ ਬੜੀ ਹਾਸੋਹੀਣੀ ਗੱਲ ਹੈ। ਪੰਜਾਬ ਦੇ ਮੌਜੂਦਾ ਹਾਲਾਤ ਕੀ ਨੇ? ਚਿੰਤਾਵਾਂ ਵੀ ਬਹੁਤ ਨੇ, ਸਵਾਲ ਵੀ ਬਹੁਤ ਨੇ। ਇੱਕ ਤਸਵੀਰ ਤੁਸੀਂ ਸਾਰਿਆਂ ਨੇ ਦੇਖੀ ਹੋਣੀ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਮਜ਼ਾਕ ਦੇ ਤੌਰ ਤੇ ਲਿਆ ਜਾ ਰਿਹਾ ਹੈ, ਪਰ ਉਸ ਦਿਨ ਹੋਇਆ ਕੀ? ਉਸ ਦਿਨ ਖੇਤਾਂ ਦੇ ਵਿੱਚ ਪੁਲਿਸ ਜਦੋਂ ਮਗਰ ਭੱਜਦੀ ਹੈ ਤੇ ਕੀ ਸੀ ਮੰਜ਼ਰ? ਪਰਿਵਾਰ ਨੂੰ ਦੱਸਿਆ ਗਿਆ ਕਿ ਨਹੀਂ ਦੱਸਿਆ ਗਿਆ? ਇੱਕ ਵਕੀਲ ਨੇ ਆਪਣੇ ਵੱਲੋਂ ਪਹਿਲ ਕਦਮੀ ਕੀਤੀ, ਜਿਸ ਦੇ ਵਿੱਚ ਪੋਸਟ ਪਾ ਕੇ ਜਨਤਕ ਕਰ ਦਿੱਤੀ ਗਈ ਕਿ ਕਿਸੇ ਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੈ ਤੇ ਉਹ ਸਾਡੇ ਨਾਲ ਸੰਪਰਕ ਕਰਨ। ਉਸੇ ਦੇ ਵਿੱਚੋਂ ਹੀ ਪ੍ਰਧਾਨ ਮੰਤਰੀ ਬਾਜੇ ਕੇ ਦੇ ਮਾਪੇ ਰਿਸ਼ਤੇਦਾਰ ਉਸ ਵਕੀਲ ਦੇ ਨਾਲ ਸੰਪਰਕ ਕਰਦੇ ਨੇ। ਉਸ ਦਿਨ ਹੋਇਆ ਕੀ? ਪੁਲਿਸ ਨੇ ਕਾਰਵਾਈ ਕੀਤੀ ਕਿਵੇਂ? ਕਿਹੜੀ ਪੁਲਿਸ ਅਰੈਸਟ ਕਰਨ ਆਈ ਸੀ? ਕਿੱਥੋਂ ਅਰੈਸਟ ਪਈ? ਅੰਮ੍ਰਿਤਪਾਲ ਸਿੰਘ ਕਿੱਥੇ ਹੈ? ਔਰ ਸਾਰੇ ਸਵਾਲਾਂ ਦੇ ਜਵਾਬਾਂ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਉਸੇ ਹੀ ਵਕੀਲ ਦੇ ਨਾਲ ਗੱਲਬਾਤ ਕਰਨ ਜਾ ਰਿਹਾ। ਮੇਰੇ ਨਾਲ ਨੇ ਵਕੀਲ ਜਗਤਾਰ ਸਿੰਘ ਸਿੱਧੂ, ਜਿਨ੍ਹਾਂ ਦੇ ਨਾਲ ਸੰਪਰਕ ਕੀਤਾ ਗਿਆ ਪ੍ਰਧਾਨ ਮੰਤਰੀ ਬਾਜੇ ਕੇ ਦੇ ਮਾਪਿਆਂ ਵੱਲੋਂ। ਕਿਸ ਨੇ ਕੀਤਾ? ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਵਕੀਲ ਸਾਹਿਬ, ਇਸ ਜ਼ਰੂਰੀ ਔਰ ਨਾਜ਼ੁਕ ਮਸਲੇ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਤੇ ਚਿੰਤਾਵਾਂ ਤਾਂ ਹੈਗੀਆਂ ਨੇ, ਪਰ ਸਭ ਤੋਂ ਪਹਿਲਾਂ ਮੈਂ ਚੱਲਦਾ ਪਹਿਲੇ ਸਵਾਲ ਤੋਂ। ਉਸ ਦਿਨ 18 ਤਰੀਕ ਨੂੰ ਜਦੋਂ ਬਾਜੇ ਕੇ ਦੀ ਉਹ ਵੀਡੀਓ ਵਾਇਰਲ ਹੁੰਦੀ ਹੈ, ਲਾਈਵ ਹੋ ਕੇ ਦੱਸਿਆ ਜਾਂਦਾ ਹੈ ਉਹ ਖੇਤਾਂ ਦੇ ਵਿੱਚ ਭੱਜਦਾ ਨਜ਼ਰ ਆ ਰਿਹਾ। ਉਸ ਦਿਨ ਹੋਇਆ ਕੀ ਔਰ ਤੁਹਾਨੂੰ ਕਿਵੇਂ ਪਤਾ ਲੱਗਿਆ? ਦੇਖੋ, ਜੋ ਆਪਾਂ ਸਾਰਾ ਮੰਜ਼ਰ ਦਿੱਲੀ ਜਦੋਂ ਕਿਸਾਨ ਅੰਦੋਲਨ ਵੇਲੇ ਦੇਖਿਆ ਸੀ, ਜਿਸ ਤਰ੍ਹਾਂ ਬੰਦੇ ਚੱਕੇ ਗਏ ਸੀ, ਉਹ ਕਿਸੇ ਨੂੰ ਦੱਸਿਆ ਨਹੀਂ ਗਿਆ ਸੀ ਕਿ ਕੌਣ ਕਿੱਥੇ ਹੈ। ਤਾਂ ਉਸ ਤਰ੍ਹਾਂ ਦਾ ਬਿਲਕੁਲ ਜਿਹੜਾ ਹੈਗਾ ਇਹ ਸਿਸਟਮ ਚੱਲ ਰਿਹਾ ਸੀ ਕਿ ਬਹੁਤ ਸਾਰੀਆਂ ਅਰੈਸਟ ਹੋ ਰਹੀਆਂ ਸੀ। ਮੈਨੂੰ ਬੜਾ ਖਦਸ਼ਾ ਸੀ ਕਿ ਹੋ ਸਕਦਾ ਬਹੁਤ ਸਾਰੇ ਮਾਂ-ਬਾਪ ਨੂੰ ਜਿਹੜਾ ਹੈਗਾ ਦੱਸਿਆ ਵੀ ਨਾ ਜਾਵੇ ਕਿ ਬਈ ਤੁਹਾਡੇ ਜਿਹੜੇ ਬੱਚੇ ਨੂੰ ਹੈ ਕਿੱਥੇ ਨੇ। ਇਸ ਕਰਕੇ ਮੈਂ ਪੋਸਟ ਪਾਈ ਸੀ ਕਿ ਵੀ ਕਿਉਂਕਿ ਕਾਨੂੰਨ ਹੈ ਕਿ 24 ਘੰਟੇ ਦੇ ਅੰਦਰ ਜਿਹੜਾ ਰਿਸ਼ਤੇਦਾਰਾਂ ਨੂੰ ਦੱਸਣਾ ਜ਼ਰੂਰੀ ਹੈ, ਅਤੇ ਜੇ ਤੁਸੀਂ ਨਹੀਂ ਦੱਸਦੇ ਫਿਰ ਉਹਦੀ ਜਿਹੜੀ ਹੈਗੀ ਹਾਈ ਕੋਰਟ ਦੇ ਵਿੱਚ ਅਸੀਂ ਰਿਟ ਪਾ ਕੇ ਉਹਦਾ ਪਤਾ ਕਰਵਾ ਸਕਦੇ ਹਾਂ। ਅਤੇ ਇਸ ਦੇ ਮੈਂ ਜਦੋਂ ਪੋਸਟ ਪਾਈ, ਉਹ ਨੰਬਰ ਉਹਨਾਂ ਕੋਲ ਪਹੁੰਚਿਆ ਹੋਏਗਾ। ਉਹ ਮੇਰੇ ਖਿਆਲ ਚਾਚਾ ਜੀ ਸੀ ਪ੍ਰਧਾਨ ਮੰਤਰੀ ਬਾਜੇ ਕੇ ਦੇ, ਉਹਨਾਂ ਨੇ ਮੈਨੂੰ ਫੋਨ ਕੀਤਾ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਸ ਦਿਨ ਇਹ ਘਟਨਾ ਹੋਈ ਹੈ ਉਹ ਉੱਥੇ ਮੌਜੂਦ ਸੀ। ਉਹ ਖੇਤ ਚੋਂ ਆਪਣੇ ਪੱਠੇ ਵੱਢ ਰਹੇ ਸੀ ਤਾਂ ਪੁਲਿਸ ਨੇ ਜਿਹੜਾ ਖੇਤ ਨੂੰ ਘੇਰਾ ਪਾਇਆ ਚਾਰੇ ਪਾਸਿਓਂ। ਔਰ ਉਹ ਜਿਹੜਾ ਲੋਕਲ ਪੁਲਿਸ ਸੀ, ਅਤੇ ਉਹ ਕਿਉਂਕਿ ਲੋਕਲ ਥਾਣੇ ਵਾਲੇ ਬੰਦਿਆਂ ਨੂੰ ਪਹਿਚਾਣਦੀ ਹੁੰਦੇ ਆ, ਆਪਾਂ ਆਮ ਤੌਰ 'ਤੇ ਬਾਹ ਪੈਂਦਾ ਰਹਿੰਦਾ, ਤਾਂ ਉਹਨੂੰ ਉੱਥੋਂ ਅਰੈਸਟ ਕਰਕੇ ਲੈ ਕੇ ਗਏ ਨੇ। ਅਤੇ ਉਸ ਤੋਂ ਬਾਅਦ ਉਹਨਾਂ ਨੂੰ ਸਿਰਫ ਇਹ ਦੱਸਿਆ ਗਿਆ ਕਿ ਕੁਛ ਨਹੀਂ ਹੈ, ਪੁੱਛਤਾਛ ਕਰਕੇ ਬਸ ਅਸੀਂ ਛੱਡ ਦਿਆਂਗੇ। ਅਤੇ ਉਸ ਤੋਂ ਬਾਅਦ ਉਹਨਾਂ ਦੀ ਅਗਲੇ ਦਿਨ ਜਿਹੜਾ ਹੈਗਾ, ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਡਿਬਰੂਗੜ੍ਹ ਅਸਾਮ ਭੇਜ ਦਿੱਤਾ ਗਿਆ, ਉੱਥੋਂ ਸਿਰਫ 1 ਮਿੰਟ ਲਈ ਇੰਨੀ ਕੁ ਗੱਲ ਕਰਾਈ ਜਾਂਦੀ ਹੈ ਕਿ ਜੀ ਮੈਂ ਇੱਥੇ ਜੇਲ੍ਹ 'ਚ ਹਾਂ ਅਤੇ ਮੈਂ ਠੀਕ ਹਾਂ। ਉਸ ਬਸ ਇਸ ਇਹ ਗੱਲ ਬਾਜੇ ਕੇ ਨੇ ਆਪਣੇ ਮਾਪਿਆਂ ਦੇ ਨਾਲ ਕਰਵਾਈ ਉਹਨਾਂ ਨੇ ਪੁਲਿਸ ਨੇ? ਇਹ ਉਹਨਾਂ ਨੇ ਫੋਨ ਕਰਵਾਇਆ ਆਪਣੇ ਫੋਨ ਤੋਂ, ਅਤੇ ਉਹਨੂੰ ਸਿਰਫ ਇੰਨੀ ਕੁ ਗੱਲ ਕਰਨ ਦਿੱਤੀ ਗਈ ਕਿ ਮੈਂ ਇਸ ਜੇਲ੍ਹ 'ਚ ਹਾਂ ਔਰ ਮੈਂ ਠੀਕ ਹਾਂ। ਹੋਰ ਉਸ ਤੋਂ ਬਾਅਦ ਜ਼ਿਆਦਾ ਕੋਈ ਗੱਲ ਕਰਨ ਦੀ ਉਹਨੂੰ ਅਗਲੇ ਦਿਨ ਦੀ ਗੱਲ ਹੈ, 19 ਤਰੀਕ ਦੀ।
ਬਿਲਕੁਲ ਅਗਲੇ ਦਿਨ ਦੀ ਗੱਲ ਹੈ। ਔਰ ਉਸ ਤੋਂ ਬਾਅਦ ਫਿਰ ਅੱਜ ਦਾ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਅਸੀਂ ਮਤਲਬ ਕੀ ਇਸ ਮਸਲੇ 'ਤੇ ਕਰ ਸਕਦੇ ਹਾਂ। ਤਾਂ ਮੈਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਸੀ ਕਿ ਕੀ ਤੁਹਾਨੂੰ ਉਹਨਾਂ ਨੇ ਕੋਈ ਦੱਸਿਆ ਕਿ ਕਿਸ ਕਾਨੂੰਨ ਦੇ ਤਹਿਤ ਉਹਨਾਂ ਨੇ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਅਤੇ ਤੁਹਾਨੂੰ ਕੋਈ FIR ਦੀ ਕਾਪੀ ਵਗੈਰਾ ਦਿੱਤੀ ਹੈ? ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਮੋਹਤਬਰ ਬੰਦਿਆਂ ਨੂੰ ਲੈ ਕੇ ਜਿਹੜਾ ਲੋਕਲ ਥਾਣੇ ਅਸੀਂ ਗਏ ਸੀ, ਧਰਮਕੋਟ ਥਾਣਾ, ਧਰਮਕੋਟ ਹੀ ਸ਼ਾਇਦ ਮੋਗਾ ਜ਼ਿਲ੍ਹੇ ਦਾ ਜਿਹੜਾ ਹੈਗਾ ਉਹਨਾਂ ਦਾ ਪਿੰਡ ਪੈਂਦਾ। ਪਰ ਉਹਨਾਂ ਨੇ ਸਾਨੂੰ ਕਹਿੰਦੇ ਉਹਨਾਂ ਨੇ ਮਨਾ ਕਰਤਾ ਕਿ ਇਹ ਤਾਂ ਮਤਲਬ ਜਿਹੜਾ NSA ਐਕਟ ਦੇ ਅੰਡਰ ਬਾਹਰੋਂ ਟੀਮ ਆਈ ਸੀ, ਸਾਨੂੰ ਕੁਛ ਨਹੀਂ ਪਤਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਮੇਰੀ ਗੱਲ ਕਰਾਇਓ ਥਾਣਾ ਦੇ SHO ਨਾਲ, ਅਤੇ ਮੈਂ ਉਹਨਾਂ ਨੂੰ ਜਿਹੜਾ ਹੈਗਾ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਪਹਿਲਾਂ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਜਾਣਕਾਰੀ ਨਹੀਂ ਹੈ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਬੇਸ਼ੱਕ ਕੋਈ ਕਿਤੋਂ ਵੀ ਅਰੈਸਟ ਕੀਤਾ ਜਾ ਸਕਦਾ, ਪਰ ਇਹ ਕਾਨੂੰਨ ਇਹ ਹੈ ਕਿ ਜਿੱਥੋਂ ਤੁਸੀਂ ਜਿਸ ਥਾਣੇ ਦੇ ਅਧਿਕਾਰ ਖੇਤਰ 'ਚੋਂ ਬੰਦਾ ਤੁਸੀਂ ਅਰੈਸਟ ਕਰ ਰਹੇ ਹੋ ਤਾਂ ਉਸ ਥਾਣੇ ਦੇ ਜਿਹੜੇ ਮੁਖੀ ਨੂੰ ਦੱਸਣਾ ਲਿਖਤੀ ਰੂਪ 'ਚ ਜ਼ਰੂਰੀ ਹੈ ਕਿ ਅਸੀਂ ਇਹ ਬੰਦਾ ਲੈ ਕੇ ਚੱਲੇ ਹਾਂ ਔਰ ਅਸੀਂ ਕਿਸ ਕਾਨੂੰਨ ਦੇ ਤਹਿਤ, ਕਿਹੜੇ ਅਦਾਲਤ ਦੇ ਕਿਹੜੇ ਆਦੇਸ਼ਾਂ ਦੇ ਤਹਿਤ ਇਹਨੂੰ ਲੈ ਕੇ ਚੱਲੇ। ਜਦੋਂ ਤੁਸੀਂ ਇਹ ਸਵਾਲ ਕੀਤੇ ਫੋਨ ਕਾਲ ਦੇ ਉੱਤੇ, ਥਾਣੇਦਾਰ ਦਾ ਜਵਾਬ ਕੀ ਸੀ ਤੁਹਾਨੂੰ? ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਹਾਂਜੀ ਇੱਕ ਸਾਨੂੰ ਉਹ ਦੱਸ ਕੇ ਗਏ ਨੇ ਜੀ ਕਿ ਮੈਂ ਤੁਹਾਨੂੰ ਦੱਸ ਦਿੰਦਾ। ਅਤੇ ਮੈਂ ਕਿਹਾ ਵੀ ਤੁਸੀਂ ਤੁਹਾਡੇ ਕੋਲ ਜੋ ਰਿਟਰਨ ਆਇਆ ਮੈਨੂੰ ਤੁਸੀਂ ਭੇਜ ਦਿਓ ਜਾਂ ਮੈਨੂੰ ਲਿਖਾ ਦਿਓ। ਫਿਰ ਉਹ ਕਹਿੰਦੇ ਜੀ ਮੈਂ ਤੁਹਾਨੂੰ ਦੱਸਦਾ। ਫਿਰ ਉਹਨਾਂ ਨੇ ਮੈਨੂੰ 5-7 ਮਿੰਟ ਬਾਅਦ ਫਿਰ ਫੋਨ ਕੀਤਾ ਅਤੇ ਉਹ ਕਹਿੰਦੇ ਜੀ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦਿੰਦਾ ਜਿਹੜੇ ਉਹਨੂੰ ਅਰੈਸਟ ਕਰਕੇ ਲੈ ਕੇ ਕਹਿੰਦੇ ਉਹ SHO ਅੰਮ੍ਰਿਤਸਰ ਦੇ ਸੀ। ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਫਿਰ ਉੱਥੋਂ ਪਤਾ ਲੱਗਿਆ ਕਿ ਇਹਨਾਂ ਨੂੰ NSA ਐਕਟ ਜਿਹੜਾ ਉਹਦੀ ਧਾਰਾ ਜਿਹੜੀ 3 ਹੈ, ਜਿਹਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਹੈਗਾ ਨਜ਼ਰਬੰਦ ਕੀਤਾ ਜਾ ਸਕਦਾ ਹੈ ਜੇ ਮਤਲਬ ਕੇਂਦਰ ਸਰਕਾਰ ਨੂੰ ਜਾਂ ਸੂਬਾ ਸਰਕਾਰ ਨੂੰ ਇਹ ਲੱਗੇ ਕਿ ਬਈ ਇਹ ਬੰਦਾ ਜਿਹੜਾ ਹੈਗਾ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਜਾਂ ਫਿਰ ਇਹ ਕੋਈ ਲਾਅ ਐਂਡ ਆਰਡਰ ਨੂੰ ਖਤਰਾ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਗੜਬੜ ਕਰ ਸਕਦਾ ਹੈ। ਇਹ NSA ਨੈਸ਼ਨਲ ਸਿਕਿਉਰਿਟੀ ਐਕਟ ਬਾਰੇ ਤੁਹਾਡੀ ਕਿਹੜੇ SHO ਨਾਲ ਗੱਲ ਹੋਈ? ਨਾਮ ਦੱਸਿਆ ਉਹਨਾਂ ਨੇ? SHO ਅੰਮ੍ਰਿਤਸਰ ਸੀਗੇ। ਮੈਂ ਨਾਮ ਮੈਂ ਵੀ ਨਹੀਂ ਪੁੱਛਿਆ, ਬਟ ਉਹਨਾਂ ਨੇ ਖੁਦ ਮੰਨਿਆ ਕਿ ਜੀ ਮੈਨੂੰ ਸਿਰਫ ਮੇਰੇ ਕੋਲ ਵਾਰੰਟ ਆਏ ਸੀ ਕਿਉਂਕਿ ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵਾਰੰਟ ਸੀ। ਉਹਨਾਂ ਨੂੰ ਐਗਜ਼ੀਕਿਊਟ ਕਰਨ ਦੇ ਆਰਡਰ ਸੀ, ਉਹਨਾਂ ਨੇ ਵਾਰੰਟ ਐਗਜ਼ੀਕਿਊਟ ਕੀਤੇ। ਔਰ ਜਦੋਂ ਇਸ ਤਰ੍ਹਾਂ ਦਾ ਮਾਮਲਾ ਹੋਵੇ ਮੈਨੂੰ ਲੱਗਦਾ ਵੀ ਕਿ ਲੋਅ ਲੈਵਲ ਦੇ ਆਫੀਸ਼ੀਅਲਸ ਨੂੰ ਇਸ ਤੋਂ ਜ਼ਿਆਦਾ ਦੱਸਿਆ ਵੀ ਨਹੀਂ ਜਾਂਦਾ। ਉਹਨਾਂ ਦੀ ਸਿਰਫ ਇੰਨੀ ਕੁ ਡਿਊਟੀ ਹੁੰਦੀ ਹੈ ਕਿ ਆਹ ਵਾਰੰਟ ਨੇ, ਇਹ ਐਗਜ਼ੀਕਿਊਟ ਕਰੋ ਅਤੇ ਬੰਦਿਆਂ ਨੂੰ ਜਿਹੜਾ ਹੈਗਾ ਮੇਨ ਟੀਮ ਦੇ ਹਵਾਲੇ ਕਰੋ। ਬਸ ਇਹ ਜ਼ਿਆਦਾ ਇਨਫੋਰਮੇਸ਼ਨ ਉਹਨਾਂ ਨਾਲ ਵੀ ਸ਼ੇਅਰ ਨਹੀਂ ਹੁੰਦੀ। ਜਿੱਥੋਂ ਤੱਕ ਰਹੀ ਗੱਲ NSA ਦੀ, ਜਦੋਂ ਤਾਂ ਉਸ ਦਿਨ ਦੀ ਗੱਲਬਾਤ ਕਿਵੇਂ ਹੋਈ? ਪੁਲਿਸ ਨੇ ਤੁਹਾਨੂੰ ਕੀ ਦੱਸਿਆ? ਜਿਹੜੇ ਨਾਲ ਤੁਹਾਡੀ ਗੱਲਬਾਤ ਹੋਈ, ਜਿਹੜੇ ਬਾਜੇਕੇ ਦੇ ਚਾਚਾ ਜੀ ਕਹਿ ਕੇ ਦੱਸ ਰਹੇ ਸੀ ਤੁਹਾਨੂੰ ਕਿ ਮੈਂ ਉੱਥੋਂ ਬੋਲਦਾ ਫਲਾਣੇ ਪਿੰਡ ਤੋਂ, ਉਹਨਾਂ ਨੇ ਉਸ ਦਿਨ ਦੀ ਕੋਈ ਹੋਰ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਕਿ ਉਸ ਦਿਨ ਹੋਰ ਕੌਣ ਉੱਥੇ ਸੀ, ਕਿਵੇਂ ਹੋਇਆ ਸਾਰਾ ਕੁਝ? ਉਹ ਤਾਂ ਉਸ ਦਿਨ ਜਿਹੜਾ ਉਹਨਾਂ ਨੇ ਦੱਸਿਆ ਕਿ ਪੱਠੇ ਵੱਢ ਰਹੇ ਸੀਗੇ ਅਤੇ ਨਾਲ ਵੀ ਜਿਹੜੇ ਲੋਕ ਪਿੰਡ ਦੇ ਹੋਰ ਆਲੇ ਦੁਆਲੇ ਵੀ ਖੇਤਾਂ 'ਚ ਕੰਮ ਕਰ ਰਹੇ ਸੀਗੇ, ਪਿੰਡ ਦੇ ਸੀਗੇ, ਉਹ ਸਾਰੇ ਮਤਲਬ ਉਹਨਾਂ ਦੇ ਸਾਹਮਣੇ ਲੈ ਕੇ ਗਏ ਨੇ। ਉਹਨਾਂ ਨੇ ਪੁੱਛਿਆ ਕਿ ਬਈ ਤੁਸੀਂ ਇਹਨੂੰ ਕਿਉਂ ਲੈ ਕੇ ਜਾ ਰਹੇ ਹੋ, ਤਾਂ ਕੋਈ ਕਾਰਨ ਨਹੀਂ ਦੱਸਿਆ ਗਿਆ, ਸਿਰਫ ਇਹ ਗਿਆ ਕਿ ਪੁੱਛਤਾਛ ਕਰਾਂਗੇ ਅਤੇ ਛੱਡ ਦਿਆਂਗੇ, ਬਸ ਜਿਸ ਤਰ੍ਹਾਂ ਆਮ ਪੁਲਿਸ ਰੂਟੀਨ ਕਹਿੰਦੀ ਹੈ ਹਰ ਕੇਸ ਦੇ ਵਿੱਚ। ਮਤਲਬ ਇੱਕ ਗੱਲ ਤਾਂ ਇੱਥੋਂ ਸਪਸ਼ਟ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਕਾਫਲਾ ਸੀ ਗੱਡੀਆਂ ਦਾ ਉਸ ਦੇ ਨਾਲ ਬਾਜੇਕੇ ਨਹੀਂ ਸੀ ਉਸ ਦਿਨ। ਨਹੀਂ, ਬਿਲਕੁਲ। ਇਹ ਬੜਾ ਇਸ ਦੇ ਨਾਲ ਨਾ ਇੱਕ ਹੋਰ ਵੀ ਗੱਲ ਜੁੜਦੀ ਆ ਕਿ ਇੱਕ ਤਾਂ ਇਹ ਕਿ ਜਿਹੜਾ ਕੰਮ ਕੀਤਾ ਗਿਆ ਇਹ ਕੀ ਜ਼ਰੂਰੀ ਸੀ, NSA ਦੇ ਤਹਿਤ ਇਹ ਬਣਦਾ ਕਿ ਨਹੀਂ ਬਣਦਾ, ਹੈ ਨਾ, ਇਹਦੇ ਬਾਅਦ 'ਚ ਗੱਲ ਕਰਦੇ ਹਾਂ ਆਪਾਂ। ਪਰ ਇਕੱਲੇ ਉਹ ਕਾਫਲੇ 'ਚੋਂ ਨਹੀਂ ਬੰਦੇ ਚੱਕੇ ਗਏ। ਪੰਜਾਬ ਦੇ ਵੱਖ-ਵੱਖ ਜਿਹੜੀ ਥਾਵਾਂ ਤੋਂ ਜਿੱਥੇ ਵੀ ਲੱਗਦਾ ਸੀ ਕਿ ਕੋਈ ਸਿੱਖ ਵਿਚਾਰਧਾਰਾ ਦੀ ਗੱਲ ਕਰਦਾ ਹੈ ਤਾਂ ਉਹ ਮੇਰੇ ਖਿਆਲ 'ਚ ਬਹੁਤ ਗਿਣਤੀ 'ਚ ਬੰਦੇ ਅਰੈਸਟ ਕੀਤੇ ਗਏ ਨੇ। ਜਿਸ ਤਰ੍ਹਾਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਨੇ ਮੱਖਣ ਸਿੰਘ, ਗੰਡੂਆਂ ਪਿੰਡ ਹੈ ਮਾਨਸਾ ਤੋਂ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਹੋਰ ਵੀ ਕਈ ਜਿਹੜੀ ਜਗ੍ਹਾ ਛਾਪੇਮਾਰੀ ਕੀਤੀ ਗਈ ਅਤੇ ਕਈ ਬੰਦੇ ਰੂਪੋਸ਼ ਹੋਏ ਔਰ ਕਈ ਬੰਦੇ ਫੜੇ ਵੀ ਗਏ। ਪੰਜਾਬ ਪੁਲਿਸ ਦੇ IG ਸੁਖਚੈਨ ਸਿੰਘ ਗਿੱਲ ਨੇ ਹੈੱਡਕੁਆਟਰ ਤੋਂ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਅੱਜ ਦੱਸਿਆ ਕਿ 144 ਬੰਦਿਆਂ ਦੀ ਅਰੈਸਟ ਹੋਈ ਹੈ ਇਸ ਮਸਲੇ ਦੇ ਵਿੱਚ। ਕੀ 144 ਦੀ ਪੁਲਿਸ ਦੀ ਉਸ ਗਿਣਤੀ ਨੂੰ ਸਹੀ ਮੰਨ ਲਿਆ ਜਾਵੇ ਜਾਂ ਫਿਰ ਹੋਰ ਵੀ ਗਿਣਤੀ ਵੱਧ ਸਕਦੀ? ਦੇਖੋ, ਇਹ ਹਮੇਸ਼ਾ ਸੱਚ ਪੂਰਾ ਕਦੇ ਪੁਲਿਸ ਨਹੀਂ ਦੱਸਦੀ ਹੁੰਦੀ। ਇਹ ਤਾਂ ਉਦੋਂ ਪਤਾ ਲੱਗਦਾ ਹੁੰਦਾ ਕਿ ਜਿਹੜੇ ਜਿਹਨੂੰ ਵੀ ਚੱਕਿਆ ਗਿਆ, ਜੇ ਉਹਦੇ ਰਿਸ਼ਤੇਦਾਰ ਜਾਂ ਉਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਜੋ ਮੁਸਤੈਦ ਨੇ, ਉਹ ਤਾਂ ਉਹ ਅਪਰੋਚ ਕਰਦੇ ਨੇ ਕਿਸੇ ਵਕੀਲ ਨੂੰ ਜਾਂ ਕੋਰਟ ਨੂੰ, ਤਾਂ ਫਿਰ ਉੱਥੋਂ ਜਿਹੜਾ ਆਰਡਰ ਜਾਰੀ ਕਰਾਇਆ ਜਾਂਦਾ ਕਿ ਬੰਦਾ ਦੱਸੋ, ਪੇਸ਼ ਕਰਨਾ ਪੈਂਦਾ। ਤਾਂ ਹੋ ਸਕਦਾ ਕਿ 2-4 ਬੰਦੇ ਹੋਰ ਵੀ ਹੋਣ। ਕੀ ਤੁਹਾਨੂੰ ਅਜਿਹੇ ਕੇਸ ਦੇ ਵਿੱਚ ਭਾਂਪ ਕੇ ਸਾਰੇ ਮਸਲੇ ਨੂੰ ਤਾਂ ਹੀ ਪੋਸਟ ਪਾਉਣੀ ਪਈ ਕਿ ਕਿਸੇ ਦਾ ਵੀ ਮੁੰਡਾ ਲਾਪਤਾ ਹੈ ਜਾਂ ਬੱਚਾ ਲਾਪਤਾ ਹੈ, ਸਾਡੇ ਨਾਲ ਸੰਪਰਕ ਕਰੋ, ਅਸੀਂ ਕਾਨੂੰਨੀ ਸਹਾਇਤਾ ਦੇਵਾਂਗੇ? ਬਿਲਕੁਲ। ਜਿਸ ਤਰ੍ਹਾਂ ਦੇਖੋ, ਇਹ ਮਸਲਾ ਤੁਸੀਂ ਦੇਖੋ ਵੀ NSA ਐਕਟ ਲਾਉਣਾ ਔਰ ਇਹ ਅੰਮ੍ਰਿਤਪਾਲ ਦਾ ਜੋ ਚੱਲ ਰਿਹਾ ਐਕਟ, ਮੈਂ ਸਾਫ਼ ਪਹਿਲਾਂ ਮੈਂ ਦੱਸ ਦਿਆਂ ਕਿ ਨਾ ਤਾਂ ਮੈਂ ਬਾਜੇਖਾਨੇ ਦਾ ਸਮਰਥਕ ਹਾਂ, ਨਾ ਮੈਂ ਅੰਮ੍ਰਿਤਪਾਲ ਦਾ ਸਮਰਥਕ ਹਾਂ। ਪਰ ਜਿਸ ਤਰ੍ਹਾਂ ਸਾਡੀ ਇੱਕ ਕਾਨੂੰਨੀ ਡਿਊਟੀ ਹੈ ਕਿ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਔਰ
ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਔਰ ਹਰ ਇੱਕ ਨੂੰ ਅਦਾਲਤ ਦੇ ਵਿੱਚ ਜਿਹੜਾ ਹੈਗਾ ਪ੍ਰੋਪਰ ਜਾਣਕਾਰੀ ਜਿਹੜੀ ਆਪਣਾ ਪੱਖ ਰੱਖਣ ਲਈ ਵਕੀਲ, ਇੱਥੋਂ ਤੱਕ ਜੇ ਉਹ ਨਹੀਂ ਕਰਾ ਸਕਦਾ ਤਾਂ ਉਹਨੂੰ ਕਸਾਬ ਨੂੰ ਵੀ ਜਿਹੜਾ ਹੈਗਾ ਵਕੀਲ ਦਿੱਤਾ ਗਿਆ ਸੀ। ਤਾਂ ਮੈਨੂੰ ਕਿਉਂਕਿ ਮੈਂ ਦਿੱਲੀ ਦੇ ਮਸਲੇ 'ਚ ਮੈਂ ਕਿਸਾਨ ਅੰਦੋਲਨ ਦੇ ਵਿੱਚ ਸੀ ਤਾਂ ਉਦੋਂ ਮੈਂ ਹਾਲ ਦੇਖਿਆ ਸੀ ਕਿ 2 ਦਿਨ ਲਗਾਤਾਰ ਕਿਸੇ ਨੂੰ ਪਤਾ ਹੀ ਨਹੀਂ ਸੀ। ਮੈਂ ਫਿਰ ਤੀਸਰੇ ਦਿਨ ਮੈਂ ਦਿੱਲੀ ਹਾਈ ਕੋਰਟ ਦੇ ਵਿੱਚ ਜਦੋਂ ਰਿਟ ਪਾਈ, 5 ਮੁੰਡੇ ਜਿਹੜੇ ਪੰਜਾਬ ਦੇ ਮੋਗਾ ਜ਼ਿਲ੍ਹੇ 'ਚੋਂ ਚੱਕੇ ਗਏ ਸੀ, ਉਸ ਤੋਂ ਬਾਅਦ ਜਦੋਂ ਨੋਟਿਸ ਗਿਆ ਤਾਂ 5 ਘੰਟਿਆਂ ਦੇ ਅੰਦਰ ਫਿਰ ਸਭ ਦੇ ਘਰਾਂ ਦੇ ਵਿੱਚ ਉਹਨਾਂ ਨੇ ਫੋਨ ਕਰਵਾ ਕੇ ਗੱਲ ਕਰਵਾਈ ਸੀ। 2 ਦਿਨ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਬੱਚੇ ਹੈ ਕਿੱਥੇ ਨੇ। ਪੰਜਾਬ ਦਾ ਜਿਸ ਤਰੀਕੇ ਨਾਲ ਮਾਹੌਲ ਬਣ ਗਿਆ ਜਾਂ ਬਣਾਇਆ ਜਾ ਰਿਹਾ, ਚਾਹੇ ਸੈਂਟਰ ਤੋਂ ਹੁਕਮ ਹੋਣ ਜਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਹੋਵੇ, NSA ਲੱਗ ਜਾਣਾ, ਫਿਰ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਚੱਕਣਾ ਔਰ ਅਰੈਸਟ ਡਿਟੇਨ ਕਰਨਾ, ਡਿਟੈਂਸ਼ਨ ਸੈਂਟਰ ਤੱਕ ਲੈ ਕੇ ਜਾਣਾ, ਇਹ ਸਾਰੇ ਦੇ ਵਿੱਚੋਂ ਕਾਨੂੰਨ ਕਿੱਥੇ ਸਾਥ ਦੇ ਸਕਦਾ ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਤਾਂ ਨੌਜਵਾਨ ਇਨਵੋਲਵਮੈਂਟ ਨਹੀਂ ਸੀ ਸਿੱਧੀ ਤੌਰ ਦੇ ਉੱਤੇ ਅਜਿਹੀਆਂ ਕਾਰਵਾਈਆਂ 'ਚ ਜਿਹੜੀਆਂ ਅੰਮ੍ਰਿਤਪਾਲ ਦੇ ਉੱਤੇ ਇਲਜ਼ਾਮ ਲੱਗਦੇ ਨੇ, ਜਾਂ FIR ਦਰਜ ਹੋਈਆਂ, ਇੱਕ ਕੁੱਟਮਾਰ ਦਾ ਮਾਮਲਾ ਸੀ, ਇਸ ਨੂੰ ਰੱਦ ਕਰਵਾਉਣ ਲਈ ਅਜਨਾਲਾ ਕਾਂਡ ਹੋਇਆ, ਉਹ ਸਾਰੀਆਂ ਗੱਲਾਂ। ਦੇਖੋ, ਜਿਹੜਾ ਮੂਲ ਮਕਸਦ ਹੈ ਨਾ NSA ਐਕਟ ਦਾ, ਉਹ ਇਹ ਹੈ ਕਿ ਵੀ ਜਦੋਂ ਕੋਈ ਇਮੀਡੀਏਟ ਡੇਂਜਰ ਹੋਵੇ, ਕਿ ਜਿਸ ਤਰ੍ਹਾਂ ਹੁਣ ਕੋਈ ਮਤਲਬ ਉਹਨਾਂ ਨੇ ਇਹ ਕਾਲ ਦਿੱਤੀ ਸੀ ਕਿ ਅਸੀਂ 19 ਤਰੀਕ ਨੂੰ ਵਹੀਰ ਕੱਢਾਂਗੇ, ਤਾਂ 18 ਤਰੀਕ ਨੂੰ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ। ਉਹ ਇਸ ਤਰ੍ਹਾਂ ਦੇ ਮਤਲਬ ਜਿਹੜਾ ਉਹ ਕਾਫਲੇ ਲੈ ਕੇ ਪਹਿਲਾਂ ਵੀ ਚੱਲਦੇ ਰਹੇ ਨੇ, ਕੋਈ ਕਦੇ ਗੜਬੜ ਦਾ ਖਦਸ਼ਾ ਨਹੀਂ ਸੀ। ਦੂਸਰਾ, ਜੇ ਤੁਸੀਂ ਉਹਨੂੰ ਅਰੈਸਟ ਕਰਨਾ ਹੀ ਸੀ, ਜਿਸ ਤਰ੍ਹਾਂ ਆਮ ਪੁਲਿਸ ਕਰਦੀ ਹੈ ਕਿ ਸਵੇਰੇ 3 ਵਜੇ 3:30 ਵਜੇ ਛਾਪੇ ਮਾਰੇ ਜਾਂਦੇ ਨੇ, ਤਾਂ ਉਹਨਾਂ ਨੂੰ ਘਰਾਂ 'ਚੋਂ ਅਰੈਸਟ ਕੀਤਾ ਜਾ ਸਕਦਾ ਸੀ। ਇਸ ਚੀਜ਼ ਨੂੰ ਡਰਾਮੇਟਾਈਜ਼ ਕਰਨਾ ਔਰ ਦਫਾ 144 ਲਾ ਦੇਣੀ, ਨੈੱਟ ਬੰਦ ਕਰ ਦੇਣਾ, ਇਹ ਕਾਫੀ ਕੁਛ ਇਸ਼ਾਰੇ ਕਰ ਰਿਹਾ ਹੈ ਕਿ ਇੱਕ ਤਾਂ ਪਹਿਲੀ ਗੱਲ ਕਿ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਆਈ ਹੈ, ਉਸ ਦੇ ਨਾਲ ਇੱਕ ਮੁੱਦਾ ਜਿਹੜਾ ਪੰਜਾਬ ਸਰਕਾਰ ਘਿਰ ਰਹੀ ਸੀ, ਹੋਰ ਬਹੁਤ ਸਾਰੇ ਮਸਲੇ ਸੀ। ਔਰ ਦੂਸਰਾ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਔਰ ਵਿਰੋਧੀ ਧਿਰਾਂ ਲਗਾਤਾਰ ਇਹ ਮਸਲਾ ਚੱਕ ਰਹੀਆਂ ਸੀ ਕਿ ਤੁਸੀਂ ਅੰਮ੍ਰਿਤਪਾਲ 'ਤੇ ਕਾਰਵਾਈ ਕਿਉਂ ਨਹੀਂ ਕਰ ਰਹੇ, ਤਾਂ ਸਰਕਾਰ ਇਸ 'ਤੇ ਬਹੁਤ ਜ਼ਿਆਦਾ ਘਿਰੀ ਹੋਈ ਸੀ, ਤਾਂ ਉਹਨਾਂ ਨੇ ਉਹਨੂੰ ਅਰੈਸਟ ਕਰਨਾ ਸੀ। ਪਰ ਇਹਨੂੰ ਜਿਸ ਤਰ੍ਹਾਂ ਇੱਕ ਸ਼ੋਅ ਬਣਾਇਆ ਗਿਆ, ਜਿਹਦੇ ਨਾਲ ਲੋਕਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਡਰ ਪੈਦਾ ਕੀਤਾ, ਔਰ ਇੱਕ ਇਸ ਤਰੀਕੇ ਨਾਲ ਮੇਰੀ ਸਮਝ ਹੈ, ਅੰਮ੍ਰਿਤਪਾਲ ਨੂੰ ਇਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਅੰਮ੍ਰਿਤਪਾਲ ਦਾ ਬਹੁਤ ਵੱਡਾ ਆਧਾਰ ਹੋਵੇ। ਤੁਸੀਂ ਦੇਖੋ ਵੀ ਉਹ ਵੀਡੀਓ ਉਹਨਾਂ ਨੇ ਪਾਈ ਹੈ ਕਿ ਭਾਈ ਸਾਹਿਬ ਨੂੰ ਜਿਹੜਾ ਹੈਗਾ ਪੁਲਿਸ ਲੱਗੀ ਹੈ ਜੀ, ਪਹੁੰਚੋ, ਅਤੇ ਉੱਥੇ ਕੋਈ ਖੱਟ ਨਹੀਂ ਹੋਇਆ, ਕੋਈ ਉੱਥੇ ਮਤਲਬ ਉਹਦੇ ਸਮਰਥਨ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਜੋ ਕੋਈ 150 ਬੰਦੇ ਜਿਹੜੇ ਹੈਗੇ ਨੇ, ਤਾਂ ਕੋਈ ਸਮਰਥਨ ਨਹੀਂ ਹੈ ਜ਼ਮੀਨੀ ਪੱਧਰ 'ਤੇ ਜ਼ਿਆਦਾ। ਪਰ ਫਿਰ ਵੀ ਇਸ ਤਰ੍ਹਾਂ ਕਿਉਂ ਦਿਖਾਇਆ ਜਾ ਰਿਹਾ ਕਿ ਉਹ ਇੱਕ ਉਸ ਤੋਂ ਸਾਫ਼ ਪਤਾ ਲੱਗਦਾ ਕਿ ਜਿਸ ਤਰ੍ਹਾਂ ਇੱਕ ਜੇ ਕੋਈ ਪਿੱਛੇ ਮੇਰੇ ਖਿਆਲ ਮਹੀਨੇ ਕੀ ਪਹਿਲਾਂ ਇੱਕ ਬੱਚੇ ਨੇ 18-19 ਸਾਲ ਦੇ ਨੇ ਖਾਲਿਸਤਾਨ ਜ਼ਿੰਦਾਬਾਦ ਲਿਖਤਾ ਸੀ, ਉਹਨੂੰ ਅਰੈਸਟ ਕਰ ਲਿਆ ਗਿਆ। ਪਰ ਇੱਥੇ ਸ਼ਰੇਆਮ ਆਪਾਂ ਨੂੰ ਪਤਾ ਕਿ ਬੜੇ ਧੜੱਲੇ ਨਾਲ, ਮੈਨੂੰ ਲੱਗਦਾ ਵੀ 92-93 ਤੋਂ ਬਾਅਦ ਐਡੇ ਧੜੱਲੇ ਨਾਲ ਗੱਲ ਜਿਹੜੀ ਹੈ ਉਹ ਅੰਮ੍ਰਿਤਪਾਲ ਨੇ ਕੀਤੀ ਹੈ। ਤਾਂ ਥਾਣੇ ਦੇ ਵਿੱਚ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ, ਉੱਥੇ ਅਰੈਸਟ ਕੀਤਾ ਜਾ ਸਕਦਾ ਸੀ। ਪਰ ਔਰ ਦੂਸਰਾ, ਜਿਹੜਾ NSA ਦੇ ਵਿੱਚ ਜਿਹੜਾ ਆਮ ਤੌਰ 'ਤੇ ਜਿਹੜਾ ਆਰਡਰ ਪਾਸ ਹੁੰਦਾ, ਉਹ ਜਿਹੜੀਆਂ ਪਾਵਰ ਜਿਹੜੀਆਂ ਨੇ ਉਹ DC ਨੂੰ ਜਾਂ ਜ਼ਿਲ੍ਹੇ ਦੇ SSP ਨੂੰ ਦਿੱਤੀਆਂ ਜਾਂਦੀਆਂ ਨੇ, ਜਿੱਥੇ ਉਹ ਵਿਅਕਤੀ ਰਹਿੰਦਾ ਹੋਵੇ। ਤਾਂ ਉਹ ਕਿਉਂਕਿ ਉਹਨਾਂ ਦਾ ਤਰਨਤਾਰਨ ਜ਼ਿਲ੍ਹਾ, ਜੇ ਉਹਨਾਂ ਨੂੰ ਅਰੈਸਟ ਕਰਨਾ ਹੀ ਹੁੰਦਾ ਤਾਂ ਤਰਨਤਾਰਨ ਤੋਂ ਕੀਤਾ ਜਾਂਦਾ। ਪਰ ਇਹ ਡਿਪਟੀ ਕਮਿਸ਼ਨਰ ਜਲੰਧਰ ਦੇ ਹੁਕਮਾਂ ਦੇ ਅੰਦਰ ਹੋਇਆ ਅਤੇ ਉਹਨਾਂ ਨੂੰ ਰਾਹ 'ਚ ਜਾਂਦਿਆਂ ਨੂੰ ਇੰਟਰਸੈਪਟ ਕੀਤਾ ਗਿਆ, ਹੈ ਨਾ। ਤਾਂ ਇੱਥੋਂ ਸਾਫ਼ ਹੁੰਦਾ ਕਿ ਬਈ ਇਹ ਸਿਰਫ ਮਕਸਦ ਇਹ ਨਹੀਂ ਸੀ ਕਿ ਅਰੈਸਟ ਕੀਤਾ ਜਾਵੇ, ਮਕਸਦ ਇਹ ਵੀ ਸੀ ਕਿ ਇੱਕ ਤਾਂ ਕਾਫੀ ਮੁੱਦੇ ਉਲਝਣ, ਕਿਉਂਕਿ ਮੈਨੂੰ ਇਹ ਲੱਗ ਰਿਹਾ ਕਿ ਇਸ ਮੁੱਦੇ 'ਤੇ ਕੇਂਦਰ ਸਰਕਾਰ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਇੱਕ ਤਾਂ ਬਾਂਹ ਮਰੋੜੀ ਹੈ ਪੰਜਾਬ ਸਰਕਾਰ ਦੀ, ਔਰ ਦੂਸਰਾ ਪੰਜਾਬ ਸਰਕਾਰ ਨੂੰ ਵੀ ਇਸ 'ਚ ਦਿਖ ਰਿਹਾ ਕਿ ਬਈ ਇਹਨੂੰ ਮੁੱਦੇ ਨੂੰ ਮਤਲਬ ਅਸੀਂ ਜੇ ਹੋਰ ਮੁੱਦੇ ਕਾਫੀ ਦਬ ਸਕਦੇ ਆ ਇਹਦੇ ਨਾਲ। ਇੱਕ ਇਸ ਦੇ ਵਿੱਚੋਂ ਵੱਡਾ ਨੁਕਤਾ ਇਹ ਹੈ, ਸਵਾਲ ਇਹ ਹੈ ਕਿ ਜਿਨ੍ਹਾਂ 'ਤੇ NSA ਲੱਗ ਗਿਆ, ਕਿਸੇ ਵੀ ਤਰੀਕੇ ਨਾਲ ਲੱਗਿਆ ਵੱਖਰੀ ਗੱਲ ਹੈ, ਪਰ ਲੱਗ ਗਿਆ ਅਤੇ ਉਹਨਾਂ ਕੋਲ ਰਸਤਾ ਕੀ ਬਚਦਾ ਹੈ? ਦੇਖੋ, ਜੇ ਆਪਾਂ NSA ਐਕਟ ਨੂੰ ਪੜ੍ਹਦੇ ਹਾਂ, ਉਹਦੇ 'ਚ ਤਾਂ ਬਹੁਤ ਮਤਲਬ ਖੁੱਲ੍ਹੀ ਆਜ਼ਾਦੀ ਦਿੱਤੀ ਗਈ ਹੈ ਕਿ ਜੇ ਆਰਡਰ 'ਚ ਕੋਈ ਤੁਹਾਨੂੰ ਕਾਰਨ ਦੱਸਣ ਦੀ ਜ਼ਰੂਰਤ ਨਹੀਂ ਹੈ, ਜੇ ਕਾਰਨ ਨਹੀਂ ਦੱਸਿਆ ਤਾਂ ਵੀ ਆਰਡਰ ਗਲਤ ਨਹੀਂ ਮੰਨਿਆ ਜਾਊਗਾ। ਜੇ ਆਰਡਰ ਮਤਲਬ ਕਿ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ ਨਾ। ਅਤੇ ਪਰ ਸੁਪਰੀਮ ਕੋਰਟ ਦੇ ਜਿਹੜੇ ਇੱਕ ਫੈਸਲੇ ਨੇ ਉਹ ਇਹ ਕਹਿੰਦੇ ਕਿ ਜੇ ਤੁਸੀਂ ਜਿਹੜੇ ਗਲਤ ਕਾਰਨਾਂ 'ਤੇ ਜੇ ਤੁਸੀਂ ਉਹਨੂੰ ਅਰੈਸਟ ਕਰਦੇ ਹੋ ਤਾਂ ਉਹਦੇ ਵਿੱਚ ਫਿਰ ਉਹ ਬੰਦਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਅਪਰੋਚ ਕਰ ਸਕਦਾ ਹੈ। ਅਦਰਵਾਈਜ਼ ਜਿਹੜੀਆਂ ਨੀਚੇ ਵਾਲੀਆਂ ਅਦਾਲਤਾਂ ਨੇ ਉਹਨਾਂ ਦੇ ਹੱਥਾਂ 'ਚ ਕੋਈ ਬਹੁਤ ਜ਼ਿਆਦਾ ਇਹ ਛੱਡਿਆ ਨਹੀਂ ਗਿਆ। ਤਾਂ ਇਸ ਕਰਕੇ ਇਹ ਅਪਲਾਈ ਇਸ ਕਰਕੇ ਗਿਆ ਕਿ ਉਹਨਾਂ ਨੂੰ ਲੰਬੇ ਸਮੇਂ ਤੱਕ ਬਿਨਾਂ ਕੋਈ ਉਹਨਾਂ ਨੂੰ ਕੋਈ ਕਾਨੂੰਨੀ ਸਹਾਇਤਾ ਦਿੱਤੇ ਉਹਨਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਜਾ ਸਕੇ। ਔਰ ਮੈਨੂੰ ਲੱਗਦਾ ਵੀ ਇਹ ਜਿਹੜਾ ਅੰਮ੍ਰਿਤਪਾਲ ਨੂੰ ਛੱਡਿਆ ਜਾਏਗਾ
ਇਹਦਾ ਹੋਰ ਇੱਕ ਬਹੁਤ ਇੰਪੈਕਟ ਪਏਗਾ ਕਿ ਵੀ ਇੱਕ ਹੀਰੋ ਦੇ ਤੌਰ 'ਤੇ ਪੇਸ਼ ਹੋਏਗਾ। ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਨੇ, ਕਦੇ ਸਾਈਆਂ ਦੇ ਖਿਲਾਫ, ਕਦੇ ਕਿਸੇ ਦੇ ਖਿਲਾਫ, ਕੋਈ ਬੀਜੇਪੀ ਦਾ ਜਿਹੜੀ ਪੋਲਰਾਈਜੇਸ਼ਨ ਦੀ ਜੋ ਰਾਜਨੀਤੀ ਹੈ ਕਿ ਜਿਹੜੇ 42% ਨੇ ਉਹ ਸਾਡੇ ਵੱਲ ਕਿਉਂ ਨਹੀਂ ਹੋ ਰਹੇ। ਤਾਂ 2024 ਤੱਕ ਇਹ ਕੋਸ਼ਿਸ਼ ਹੈ ਕਿ ਡਰਾ ਦਿਓ ਪੂਰਾ ਬੁਰੇ ਤਰੀਕੇ ਨਾਲ ਹਿੰਦੂ ਜਿਹੜੀ ਵੋਟ ਆ, ਅਤੇ ਵੋਟ ਕੈਸ਼ ਕਰਨ ਦੀ ਕੋਸ਼ਿਸ਼ ਕਰੋ। ਇਸ ਤੋਂ ਵੱਡਾ ਹੋਰ ਮਕਸਦ ਕੁਝ ਲੱਗਦਾ ਨਹੀਂ ਹੈ, ਕਿਉਂਕਿ ਇਹ ਜ਼ਮੀਨੀ ਆਧਾਰ ਆਪਾਂ ਨੂੰ ਪਤਾ ਕਿ ਅੰਮ੍ਰਿਤਪਾਲ ਦਾ ਨਹੀਂ ਹੈ ਇੰਨਾ, ਹੈ ਨਾ। ਜਿਸ ਤਰ੍ਹਾਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ, ਟਾਈਮਲਾਈਨ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ ਨੂੰ ਵੀ ਧਿਆਨ 'ਚ ਰੱਖਿਆ ਗਿਆ। ਮੂਸੇਵਾਲੇ ਦੇ ਮਾਪਿਆਂ ਨੇ ਸਟੇਜ ਤੋਂ ਕਿਹਾ ਕਿ ਇਹਨੂੰ ਬੜਾ ਖੰਡਾਉਣ ਦੀ ਕੋਸ਼ਿਸ਼ ਕੀਤੀ ਸਰਕਾਰ। ਬਿਲਕੁਲ ਬਿਲਕੁਲ। ਅਤੇ ਉਹ ਜਿਹੜਾ ਇਹ ਸਾਰਾ ਇਹ ਲੱਗਦਾ ਕਿਉਂਕਿ ਉਹਨਾਂ ਨੇ ਉਹਦੇ ਦੇਖੋ ਕੋਈ ਇਸ ਤਰ੍ਹਾਂ ਦਾ ਕੋਈ ਜੁਰਮ ਤਾਂ ਕੋਈ ਸੀਰੀਅਸ ਹੈ ਨਹੀਂ, ਆਖਰ ਨੂੰ ਉਹਨਾਂ ਨੂੰ ਛੱਡਣਾ ਹੀ ਪੈਣਾ। ਔਰ ਦੂਸਰਾ ਪ੍ਰਧਾਨ ਮੰਤਰੀ ਬਾਜੇ ਕੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉਹਨਾਂ ਦੀਆਂ ਬੜਾ ਮਤਲਬ ਹਾਸੋਹੀਣੀਆਂ ਦੀਆਂ ਗੱਲਾਂ ਹੁੰਦੀਆਂ, ਉਹ ਹਸਾ ਕੇ ਉਹਨਾਂ ਚਲੋ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਵਿਊ ਮਿਲ ਜਾਂਦੇ ਨੇ, ਉਹਨਾਂ ਦੀ ਕਮਾਈ ਹੋ ਜਾਂਦੀ ਹੈ। ਇਸ ਦਾ ਮੇਰੇ ਖਿਆਲ ਅੱਜ ਮੈਂ ਰਵਨੀਤ ਬਿੱਟੂ ਨੂੰ ਵੀ ਸੁਣ ਰਿਹਾ ਸੀ, ਉਹਨਾਂ ਨੇ ਵੀ ਕਿਹਾ ਕਿ ਵੀ ਹਾਲਾਂਕਿ ਉਹਦੇ ਖਿਲਾਫ ਕਾਫੀ ਬੋਲੇ ਆ ਉਹ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਛੱਡ ਦੇਣਾ ਚਾਹੀਦਾ ਇਹ ਤਾਂ ਹੈ ਨਾ। ਔਰ ਪਰ ਮੈਂ ਅੱਜ ਹੈਰਾਨ ਹੋਇਆ ਜਦੋਂ ਸੁਬਾਹ ਮੇਰੇ ਘਰ ਅਖਬਾਰ ਆਇਆ, ਇੰਡੀਅਨ ਐਕਸਪ੍ਰੈਸ ਔਰ ਪੰਜਾਬੀ ਟ੍ਰਿਬਿਊਨ ਪੜ੍ਹੇ ਨੇ, ਬਾਕੀਆਂ 'ਚ ਵੀ ਹੋਣਾ, ਉੱਥੇ ਇਹ ਲਿਖਿਆ ਇੰਡੀਅਨ ਐਕਸਪ੍ਰੈਸ ਨੇ ਔਰ ਪੰਜਾਬੀ ਟ੍ਰਿਬਿਊਨ ਨੇ ਵੀ ਕਿ ਜੀ ਅੰਮ੍ਰਿਤਪਾਲ ਦੇ 4 ਮੁੱਖ ਸਲਾਹਕਾਰ ਜਿਹੜਾ ਦਿਬਰੂਗੜ੍ਹ ਜੇਲ੍ਹ ਵਿੱਚ ਭੇਜੇ ਗਏ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਦਾ ਵੀ ਨਾਮ ਹੈ। ਤਾਂ ਹੁਣ ਪ੍ਰਧਾਨ ਮੰਤਰੀ ਬਾਜੇਕੇ ਨੂੰ ਖਾਲਿਸਤਾਨ ਦੇ ਇੱਕ ਜਿਹੜਾ ਲੀਡਰ ਦਾ ਪ੍ਰਮੁੱਖ ਸਲਾਹਕਾਰ ਵਜੋਂ ਪੇਸ਼ ਕੀਤਾ ਜਾ ਰਿਹਾ, ਇਹ ਆਪਣੇ ਆਪ 'ਚ ਬੜੀ ਹਾਸੋਹੀਣੀ ਗੱਲ ਹੈ। ਔਰ ਇੱਥੋਂ ਹੀ ਸਾਫ਼ ਪਤਾ ਲੱਗਦਾ ਕਿ ਕਾਨੂੰਨ ਕਿੰਨੀ ਦੁਰਵਰਤੋਂ ਕਾਨੂੰਨ ਦੀ ਹੋ ਰਹੀ ਹੈ। ਔਰ ਇਸ ਨਾਲ ਆਖਰੀ ਸਵਾਲ ਜੁੜਿਆ ਹੋਇਆ ਹੈ ਕਿ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ, ਅੰਮ੍ਰਿਤਪਾਲ ਸਿੰਘ ਬਾਰੇ ਹਾਲੇ ਵੀ ਪੁਲਿਸ ਇਹ ਦਾਅਵਾ ਕਰਦੀ ਹੈ ਕਿ ਅਸੀਂ ਡਿਟੇਨ ਨਹੀਂ ਕਰ ਪਾਏ, ਪਤਾ ਨਹੀਂ ਕਿੱਥੇ ਹੈ, ਫਰਾਰ। ਭਗੌੜਾ ਪੁਲਿਸ ਵੱਲੋਂ ਪਹਿਲੀ ਵਾਰੀ ਹੋਇਆ ਕਿ ਪੁਲਿਸ ਨੇ ਸਿੱਧੇ ਤੌਰ 'ਤੇ ਭਗੌੜਾ ਕਰਾਰ ਦੇ ਦਿੱਤਾ, ਹਾਲਾਂਕਿ ਅਦਾਲਤ ਵੱਲੋਂ ਸੁਣਿਆ ਜਾਂਦਾ ਸੀ। ਦੇਖੋ ਇਹ ਦਾਅਵੇ ਨਾਲ ਆਪਾਂ ਨਹੀਂ ਕਹਿ ਸਕਦੇ ਕਿ ਅੰਮ੍ਰਿਤਪਾਲ ਨੂੰ ਅਰੈਸਟ ਕਰ ਲਿਆ ਗਿਆ, ਹਾਲਾਂਕਿ ਕੁਛ ਉਹਨਾਂ ਦੇ ਸਮਰਥਕਾਂ ਵੱਲੋਂ ਇਹ ਆਇਆ ਵੀ ਹੈ। ਪਰ ਇਹ ਆਪਣੇ ਆਪ 'ਚ ਇੱਕ ਹੈਰਾਨੀਜਨਕ ਜਿਹੜੀ ਚੀਜ਼ ਹੈ ਕਿ ਇੰਨੇ 8-10 ਜ਼ਿਲ੍ਹਿਆਂ ਦੀ ਪੁਲਿਸ ਦਾ ਘੇਰਾ ਪੈਂਦਾ, ਉਹਨਾਂ ਦੇ ਨਾਲ ਦੇ ਬੰਦੇ ਤੁਸੀਂ ਫੜ ਲੈਂਦੇ ਹੋ, ਉਹ ਬੰਦੇ ਹੀ ਫੜ ਲੈਣ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਗੱਡੀ 'ਚ ਬੈਠੇ ਨੇ, ਪਰ ਅੰਮ੍ਰਿਤਪਾਲ ਤੁਸੀਂ ਕਹਿ ਰਹੇ ਹੋ ਕਿ ਉਹ ਭੱਜ ਗਏ ਨੇ। ਅਤੇ ਇਹ ਫਿਰ ਔਰ ਦੂਸਰਾ ਇਹ ਤਾਂ ਫਿਰ ਬੜਾ ਵੱਡਾ ਤੁਹਾਡੀ ਕਾਬਲੀਅਤ ਅਤੇ ਪੁਲਿਸ ਦੀ ਤਾਂ ਸਵਾਲ ਹੈ ਕਿ ਤੁਸੀਂ ਬਾਰਡਰ ਸਟੇਟ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਸક્ષਮ ਹਾਂ ਸਭ ਕੁਝ ਕੰਟਰੋਲ ਕਰਨ ਦੇ ਲਈ, ਅਤੇ ਬੰਦਾ ਤੁਹਾਡੀ ਕਸਟਡੀ 'ਚੋਂ ਉਹ ਭੱਜ ਜਾਂਦਾ ਹੈ ਜਿਹਨੂੰ ਤੁਸੀਂ ਅਰੈਸਟ ਕਰਨ ਲਈ ਸਪੈਸ਼ਲ ਤੌਰ 'ਤੇ ਟੀਮਾਂ ਬਣਾਈਆਂ ਨੇ, ਤੁਸੀਂ ਪਲਾਨ ਕਰ ਰਹੇ ਹੋ। ਦੇਖੋ ਵੀ ਜਦੋਂ ਇਹਨਾਂ ਦੇ 4 ਬੰਦਿਆਂ ਨੂੰ ਦਿਬਰੂਗੜ੍ਹ ਭੇਜਿਆ ਗਿਆ ਤਾਂ ਏਅਰਫੋਰਸ ਦੇ ਹੈਲੀਕਾਪਟਰਾਂ ਹੀ ਭੇਜਿਆ ਗਿਆ। ਇਹ ਤਾਂ ਮਤਲਬ ਕਿ ਸਭ ਕੁਝ ਪਹਿਲਾਂ ਤਿਆਰ ਸੀ, ਤੁਹਾਡੀ ਪਲੈਨਿੰਗ ਪਹਿਲਾਂ ਤੋਂ ਚੱਲ ਰਹੀ ਸੀ। ਉਸ ਤੋਂ ਮੇਰੇ ਖਿਆਲ ਅਰੈਸਟ ਤੋਂ 2 ਦਿਨ ਪਹਿਲਾਂ ਹੀ ਮੇਰੇ ਭੈਣ ਜਲੰਧਰ ਰਹਿੰਦੇ ਨੇ, ਮੈਂ ਜਾ ਕੇ ਆਇਆ, ਰਸਤੇ 'ਚ ਜਲੰਧਰ ਤੋਂ ਥੋੜ੍ਹਾ ਪਹਿਲਾਂ ਬੈਰੀਕੇਡਿੰਗ ਕੀਤੀ ਹੋਈ ਸੀ, ਚੱਕੀ ਗੱਡੀਆਂ ਨੂੰ ਰੋਕਿਆ ਜਾ ਰਿਹਾ ਸੀ, 2 ਦਿਨ ਪਹਿਲਾਂ ਦੀ ਗੱਲ ਹੈ। ਤਾਂ ਉਹ ਜਿਹੜੀ ਪਲੈਨਿੰਗ ਸੀ ਔਰ ਇਹ ਸੀ ਕਿ ਇਹ ਪੱਕਾ ਸਰਕਾਰ ਨੂੰ ਸੀ ਕਿ ਅਸੀਂ ਉਹਨੂੰ ਅਰੈਸਟ ਕਰਨਾ ਤਰਨਤਾਰਨ 'ਚੋਂ ਨਹੀਂ ਕਰਨਾ, ਇੱਧਰੋਂ ਕਰਾਂਗੇ। ਤਾਂ ਉਹ ਤੁਸੀਂ ਸਾਰੀ ਘੇਰਾਬੰਦੀ ਕਰ ਰਹੇ ਹੋ ਔਰ ਫਿਰ ਇੱਕ ਬੰਦਾ ਨਿਕਲ ਜਾਂਦਾ ਹੈ, ਉਹ ਤੁਹਾਡਾ ਜਿਹਨੂੰ ਤੁਸੀਂ ਫੜਨ ਲਈ ਸਾਰਾ ਇਹ ਤਾਮ-ਝਾਮ ਰਚਿਆ। ਇਹ ਬੜਾ ਵੱਡਾ ਸਵਾਲ ਹੈ ਕਾਬਲੀਅਤ ਅਤੇ ਪੰਜਾਬ ਪੁਲਿਸ ਦੀ ਅਤੇ ਔਰ ਜਿਸ ਤਰ੍ਹਾਂ ਬੋਡੀ ਲੈਂਗੁਏਜ ਪੰਜਾਬ ਪੁਲਿਸ ਦੀ ਹੈ, ਜਿਹੜੇ IG ਬੋਲ ਰਹੇ ਨੇ ਜਿਸ ਤਰੀਕੇ ਨਾਲ ਔਰ ਹੱਸ ਰਹੇ ਨੇ, ਤਾਂ ਉਹ ਇਸ਼ਾਰਾ ਕੁਛ ਹੋਰ ਕਰਦਾ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਕੋਸ਼ਿਸ਼ ਕੀਤੀ ਉਹ ਗੱਲਬਾਤ ਕਰਨ ਦੀ, ਹਾਲਾਂਕਿ ਬਾਜੇਕੇ ਦੀ ਉਹ ਤਸਵੀਰ ਦੇਖ ਕੇ ਸਾਰੇ ਮਜ਼ਾਕ ਵੀ ਉਡਾ ਰਹੇ ਨੇ, ਹਾਸੀਆਂ ਵੀ ਹੋ ਰਹੀਆਂ ਨੇ, ਪਰ ਜੇਕਰ ਦੂਜਾ ਪਾਸਾ ਵੇਖਿਆ ਜਾਵੇ ਸੀਰੀਅਸਨੈਸ ਇਸ ਕੇਸ ਦੀ ਕੀ ਹੈ, NSA ਦਾ ਲੱਗਣਾ, ਆਧਾਰ ਕੀ ਬਣਾਇਆ ਗਿਆ, ਟਾਈਮਲਾਈਨ ਕੀ ਹੈ, ਕਈ ਤਰ੍ਹਾਂ ਦੇ ਸਵਾਲ ਨੇ ਜਿਸ ਦਾ ਜਵਾਬ ਪੰਜਾਬ ਪੁਲਿਸ ਨੂੰ, ਕੇਂਦਰ ਦੀਆਂ ਫੋਰਸਾਂ ਨੂੰ ਔਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਨੂੰ ਦੇਣਾ ਬਣਦਾ, ਖੁੱਲ੍ਹ ਕੇ ਆ ਕੇ ਸਾਹਮਣੇ। ਔਰ ਵਕੀਲ ਜਗਤਾਰ ਸਿੰਘ ਸਿੱਧੂ ਹੋਰਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ, ਬਾਜੇਕੇ ਦੇ ਪਰਿਵਾਰ ਨੇ ਇਹਨਾਂ ਨਾਲ ਸੰਪਰਕ ਕੀਤਾ ਸੀ ਤਾਂ ਕਿ ਅਸੀਂ ਦੱਸ ਸਕੀਏ ਕਿ ਅਸਲ ਵਿੱਚ ਉਸ ਦਿਨ ਹੋਇਆ ਕੀ, ਖੇਤ ਦੇ ਵਿੱਚੋਂ ਜੇਕਰ ਅਰੈਸਟ ਕੀਤਾ ਤੇ ਉਸ ਦਿਨ ਹੋਰ ਕੀ ਕੁਝ ਵਾਪਰਿਆ ਔਰ ਹੋਰ ਕਿੰਨੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਬੱਚੇ ਹਾਲੇ ਤੱਕ ਘਰਾਂ ਨੂੰ ਨਹੀਂ ਪਰਤੇ। ਔਰ ਇਹ ਵੱਡੇ ਸਵਾਲ ਨੇ, ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਸਾਡੇ ਵੱਲੋਂ ਵੀ ਜਾਰੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੱਥਾਂ ਤੱਕ ਜਾਇਆ ਜਾਵੇ, ਪੜਤਾਲ ਕੀਤੀ ਜਾਵੇ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।